ਵੱਡੇ ਸਾਰੇ ਅਦਾਰੇ ਨੈਬ FIA ਉਹਨਾਂ ਦੇ ਹੱਥ ਕੱਟ ਕੇ ਇਹਨਾਂ ਨੇ ਖੁਸਰਿਆ ਬਣਾਤਾ। ਹੁਣ ਇਹਨਾਂ ਨੇ ਕੀ ਕਰਨਾ ਹੈ, ਜੋ ਮਰਜ਼ੀ ਕਰਨ, ਜਿਵੇਂ ਮਰਜ਼ੀ ਲੁੱਟਣ, ਖਤਮ। ਕਿ ਇਮਰਾਨ ਖਾਨ ਇੱਕ ਗੈਰਤਮੰਦ ਬੰਦਾ, ਜੁਰਤਮੰਦ ਬੰਦਾ, ਗੁਲਾਮੀ ਨਹੀਂ ਕਰਦਾ, ਅਹਿਲੇ ਬੈਤ ਦੇ ਕਦਮ ਤੇ ਚੱਲਦਾ, ਯਜ਼ੀਦੀਅਤ ਤੇ ਨਹੀਂ ਚੱਲਦਾ। ਅੱਜ ਤੱਕ ਨਾ ਉਹ ਝੁਕਿਆ ਨਾ ਉਹ ਝੁਕਦਾ। 50 ਸਾਲ ਹੋ ਗਏ ਨੇ ਉਹਨੂੰ ਸਟਰਗਲ ਕਰਦਿਆਂ। ਔਰ ਅੱਲਾਹ ਤਾਲਾ ਫਰਮਾਂਦਾ ਹੈ ਕਿ ਜਿਹੜਾ ਬੰਦਾ ਸਟਰਗਲ ਕਰਕੇ ਆਉਂਦਾ ਨਾ, ਮੈਨੂੰ ਉਹ ਬੰਦਾ ਬੜਾ ਪਸੰਦ ਹੈ। ਜਿਵੇਂ ਕੀੜੀ ਚੜ੍ਹਦੀ ਸੀ ਨਾ, ਉੱਤੇ ਚੜ੍ਹਦੀ ਸੀ, ਡਿੱਗ ਪੈਂਦੀ ਸੀ, ਫਿਰ ਚੜ੍ਹਦੀ ਸੀ, ਫਿਰ ਡਿੱਗ ਪੈਂਦੀ ਸੀ, ਫਿਰ ਚੜ੍ਹਦੀ ਸੀ, ਫਿਰ ਡਿੱਗ ਪੈਂਦੀ ਸੀ। ਅੱਲਾਹ ਤਾਲਾ ਨੂੰ ਉਹ ਬੰਦਾ ਬੜਾ ਪਸੰਦ ਹੈ, ਉਹ ਪਰਿੰਦਾ ਬੜਾ ਪਸੰਦ ਹੈ, ਉਹ ਜਾਨਵਰ ਬੜਾ ਪਸੰਦ ਹੈ ਕਿ ਜਿਹੜਾ ਹਿੰਮਤ ਨਹੀਂ ਹਾਰਦਾ, ਲੱਗਾ ਰਹਿੰਦਾ, ਲੱਗਾ ਰਹਿੰਦਾ, ਲੱਗਾ ਰਹਿੰਦਾ। ਇੱਕ ਵਕਤ ਆਉਂਦਾ ਕਿ ਉਹਨੂੰ ਕਾਮਯਾਬੀ ਹੁੰਦੀ ਹੈ। ਇਮਰਾਨ ਖਾਨ ਦੀਆਂ ਗੱਲਾਂ ਸੁਣੋ ਤਾਂ ਤੁਹਾਨੂੰ ਲੱਗਦਾ ਹੈ ਕਿ ਉਹਦੇ ਮੋਢੇ ਤੇ ਕਿਸੇ ਹੱਥ ਰੱਖ ਕੇ ਉਹਨੂੰ ਯਕੀਨ ਦਵਾਤਾ ਹੈ ਕਿ ਤੈਨੂੰ ਕਾਮਯਾਬੀ ਆਵੇ। ਮੈਨੂੰ ਇਹ ਦੱਸੋ, ਇਹ ਜਿਹੜੀ ਹੁਕੂਮਤ ਆਈ ਹੈ, ਇਹ ਕਹਿ ਰਹੀ ਸੀ ਸਾਡੇ ਕੋਲ ਤਜਰਬਾਕਾਰ ਟੀਮ ਹੈ, ਮਹਿੰਗਾਈ ਮੁਕਾਓ ਮਾਰਚ ਇਹਨਾਂ ਕੀਤਾ ਸੀ, ਕੀ ਕਹਿਣਾ ਚਾਹੋਗੇ ਇਹਨਾਂ ਦੇ ਬਾਰੇ? ਵੇਂਦੇ ਨਹੀਂ ਪਏ ਤਜਰਬਾ ਤੁਸੀਂ? ਨਹੀਂ, ਚੰਗਾ ਕੀਤਾ ਨੇ। 250 ਤੇ ਟੁਰ ਗਿਆ ਨਾ, ਇਹ 350 ਤੇ ਜਾਏਦਾ। ਆਖਰ ਅੱਗ ਲੱਗ ਜੇ ਦੀ ਹਰ ਸ਼ੈ ਨੂੰ। ਤੇ ਜਿਹੜੇ ਅੱਜ ਬੜੀਆਂ ਉਹਨਾਂ ਦੇ ਜਿਹੜੇ ਹੈਂਡਲਰ ਨੇ ਨਾ, ਬੜੀਆਂ ਉਹ ਤਸੱਲੀਆਂ ਦੇ ਰਹੇ ਨੇ, ਬਾਰ-ਬਾਰ ਟੀਵੀ ਤੇ ਆਉਣ ਦੀ ਲੋੜ ਕਿਉਂ ਪੈਂਦੀ ਪਈ ਹੈ, ਉਹ ਵੀ ਮੇਰੇ ਤੋਂ ਸੁਣ ਲਓ ਜ਼ਰਾ। ਕੁੜੀ ਮੁੰਡੇ ਦੇ ਨਾ ਦਿਨ ਮਿੱਥੇ ਗਏ ਤੇ ਜੰਜ ਜਾਣੀ ਸੀ, ਤੇ ਕੁੜੀ ਵਾਲੇ ਭਾਬੀ ਸਨ। ਉਹਨਾਂ ਆਖਿਆ ਨਾ ਵਾਜਾ ਲਿਆਉਣਾ ਜੇ ਤੇ ਨਾ ਕੋਈ ਪਟਾਕਾ ਲਿਆਉਣਾ ਜੇ। ਖੈਰ ਉਹ ਪਟਾਕੇ ਵਾਜੇ ਤੇ ਛੱਡੋ, ਉਹ ਕੰਜਰੀ ਵੀ ਨਾਲ ਲੈ ਗਏ, ਉਹ ਢੁਕਣ ਟੁਰ ਗਏ। ਤੇ ਵਿੱਚ ਬੜੇ ਬੜੇ ਮੋਜ਼ਸ ਬੰਦੇ ਵੀ ਸਨ। ਜਿਸ ਵੇਲੇ ਜੰਜ ਢੁਕਣ ਲੱਗ ਪਈ ਨਾ, ਤੇ ਉਹ ਅੱਗੋਂ ਵੇਖਿਆ ਉਹਨਾਂ ਜੰਜ ਦਾ ਇਸਤਕਬਾਲ ਕਰਨ ਆਏ ਕੁੜੀ ਵਾਲੇ। ਉਹਨਾਂ ਆਖਿਆ ਨਾ ਕੰਜਰੀਆਂ ਤੇ ਇਹ, ਉਹਦੇ ਭਾਬੀ ਬੜੇ ਕੱਟਰ ਸਨ। ਉਹਨਾਂ ਆਖਿਆ ਲੈ ਜੋ 50 ਜੇ ਲਓ, ਕੋਈ ਨਾ ਰੌਲਾ ਪੈ ਗਿਆ, ਬੰਦੇ ਬਹਿ ਗਿਆ, ਪਰੇ ਬਹਿ ਗਈ, ਉਧਰੋਂ ਬੰਦੇ ਇਧਰੋਂ। ਉਹ ਚਲੋ ਯਾਰ ਕੋਈ ਨਹੀਂ, ਜੇ ਚਵਲ ਮਾਰ ਬੈਠੇ ਨੇ ਤੇ ਤੁਸੀਂ ਕੁੜੀ ਟੋਰ ਦਿਓ। ਉਹ ਆਖਣਾ ਹਾਂ ਨਿਕਾਹ ਹੀ ਨਹੀਂ ਕਰਨਾ, ਕੁੜੀ ਨਹੀਂ ਟੋਰਨੀ। ਖੈਰ ਵਿੱਚ ਇੱਕ ਵਡੇਰਾ ਬੰਦਾ ਜੰਜ ਦੇ ਨਾਲ ਆਇਆ ਸੀ, ਉਹ ਆਖਿਆ ਯਾਰ ਬੜਾ ਨਾ ਸਿਆਣਾ ਬਣਿਆ ਭਾਈ, ਉਹ ਛੱਡੋ ਯਾਰ, ਕੋਈ ਨਹੀਂ ਯਾਰ, ਹੁਣ ਚਲੋ ਚਵਲ ਮਾਰ ਬੈਠੇ ਨੇ। ਇਹਨਾਂ ਨੂੰ ਮੈਂ ਬੜਾ ਸਮਝਾਇਆ ਸੀ ਪਹਿਲਾਂ, ਇੰਜ ਨਾ ਕਰੋ, ਕੰਜਰੀਆਂ ਨਾਲ ਜਾਓ, ਭਾਬੀ ਜੇ ਇਹ ਹੋ ਜਾਏਗਾ, ਉਹ ਹੋ ਜਾਏਗਾ, ਰੌਲਾ ਬਣ ਜਾਏਗਾ। ਉਹਦੇ ਨਾਲ ਇੱਕ ਬੰਦਾ ਖਲੋਤਾ ਸੀ, ਚਾਚਾ ਜੀ ਤੁਸੀਂ ਵੀ ਜੰਜ ਨਾਲ ਹੀ ਆਏ? ਉਹਨੇ ਕਿਹਾ ਜੀ ਮੈਂ ਵੀ ਜੰਜ ਨਾਲ, ਲੇਕਿਨ ਮੈਂ ਕੰਜਰੀਆਂ ਵੇਖੀ ਨਹੀਂ, ਮੈਂ ਤਾਂ ਕੰਡ ਕਰਕੇ ਖਲੋਤਾ ਹਾਂ। ਉਹਨੇ ਕਿਹਾ ਫਿਰ ਤੁਹਾਡੀ ਵੀ ਕੰਡ ਲਿਖੀ ਗਈ ਜੇ। ਉਹ ਹਿਸਾਬ ਆ ਕੇ ਬਾਰ-ਬਾਰ ਸਫਾਈ ਦੇਣੀ ਪੈਂਦੀ ਪਈ ਏ ਮੀਡੀਆ ਚੈਨਲ ਦੇ ਉੱਤੇ। ਉਹ ਭਾਈ ਤੁਹਾਡੀ ਕੰਡ ਲਿਖੀ ਗਈ ਏ, ਤੁਸੀਂ ਜੋ ਵੀ ਕਰੋ ਹੁਣ। ਠੀਕ ਹੈ, ਬਾਰ-ਬਾਰ ਇਹ ਹੁਣ ਤਸੱਲੀਆਂ ਨਾ ਦਿਓ ਕਿ ਇੰਜ ਤੇ ਤੁਹਾਡੇ ਹੱਥ 'ਚ ਫੈਸਲਾ ਕੋਈ ਨਹੀਂ। ਉਹ ਕੌਮ ਨੂੰ ਸਾਰਾ ਸ਼ੀਸ਼ਾ ਹੋ ਗਿਆ, ਜਿਵੇਂ ਛਾਨਣੀ ਦੇ ਵਿੱਚੋਂ ਨਹੀਂ ਲਗਾ ਕੇ ਮਤਲਬ ਕਿ ਗੰਦੇ ਦਾਣੇ ਕੱਢ ਦਈਦੇ, ਉਹ ਹਿਸਾਬ ਹੋ ਗਿਆ। ਹਰ ਬੱਚਾ ਜਾਣਨ ਲੱਗ ਪਿਆ। ਅੱਛਾ ਮੈਨੂੰ ਇਸ ਹੁਕੂਮਤ ਦੇ ਬਾਰੇ ਦੱਸੋ। ਇਹ ਤੇ ਕਹਿ ਰਹੇ ਸਨ ਮਹਿੰਗਾਈ ਘੱਟ ਕਰਾਂਗੇ, ਤੁਸੀਂ ਵੇਖ ਲੈ ਜੋ ਹਾਲ ਹੈ ਇਸ ਟਾਈਮ ਆਵਾਮ ਦਾ, ਇੱਕ ਗਰੀਬ ਇਨਸਾਨ ਦਾ, ਇੱਕ ਆਮ ਆਦਮੀ ਦਾ ਕੀ ਹਾਲ ਹੈ, ਕੀ ਕਹਿਣਾ ਚਾਹੋਗੇ ਇਸ ਹੁਕੂਮਤ ਦੇ ਬਾਰੇ? ਇਹ ਮਹਿੰਗਾਈ ਘੱਟ ਕਰਨ ਨਹੀਂ ਸਨ ਆਏ, ਆਪਣੇ ਕੇਸ ਘੱਟ ਕਰਨ ਆਏ ਸਨ ਤੇ ਆਪਣੀ ਜਾਨ ਛੁਡਾਉਣ ਆਏ ਸਨ, ਜਿਹੜੇ ਪੰਗੇ ਲਏ ਸਨ ਇਹਨਾਂ। ਹੁਣ ਜਨਾਬ ਸਾਡੇ ਮੁਲਕ ਦੇ ਵਿੱਚ ਜਿਹੜਾ ਇਹਨਾਂ ਨੇ ਕਰ ਛੜਿਆ ਨਾ, ਕਰਪਸ਼ਨ ਫ੍ਰੀ ਕਰ ਦਿੱਤਾ ਹੈ ਐਲੀਟ ਕਲਾਸ ਵਾਸਤੇ। ਛੋਟੇ ਜਿਹੜੇ ਨੇ ਨਾ ਉਹ ਲੋਕ ਫੱਦੇ ਜਾਣ ਕਰਨਗੇ, ਉਹਨਾਂ ਤੇ ਇੱਕ ਦਰਖਾਸਤ ਹੋ ਜਾਏਗੀ, ਚੁੱਕ ਕੇ ਸਾਈਂ ਅੰਦਰ ਮਾਰਨਗੇ। ਕੁਕੜੀ ਚੋਰ, ਸਾਈਕਲ ਚੋਰ, ਇਹਨਾਂ ਨੂੰ ਹੱਥ ਨਹੀਂ ਪਾਣਾ ਕਿਸੇ। ਵੱਡੇ ਸਾਰੇ ਅਦਾਰੇ ਨੈਬ FIA ਉਹਨਾਂ ਦੇ ਹੱਥ ਕੱਟ ਕੇ ਇਹਨਾਂ ਨੇ ਖੁਸਰਿਆ ਬਣਾਤਾ। ਹੁਣ ਇਹਨਾਂ ਨੇ ਕੀ ਕਰਨਾ, ਜੋ ਮਰਜ਼ੀ ਕਰਨ, ਜਿਵੇਂ ਮਰਜ਼ੀ ਲੁੱਟਣ, ਖਤਮ। ਔਰ ਇਹਦੇ ਪਿੱਛੇ ਕੌਣ ਹੈ? ਮੈਨੂੰ ਇਹ ਸ਼ਰਮ ਆਉਂਦੀ ਯਾਰ, ਮੈਨੂੰ ਸੋਚ ਕੇ ਦੁੱਖ ਲੱਗਦਾ ਕਿ ਯਾਰ ਮੈਂ ਜਿਨ੍ਹਾਂ ਨਾਲ ਇਸ਼ਕ ਕਰਦਾ ਸਾਂ, ਜਿਨ੍ਹਾਂ ਨਾਲ ਮੈਂ ਮੁਹੱਬਤ ਕਰਦਾ ਹਾਂ, ਮੈਂ ਰਜ਼ਾ ਕਰਾਨਾ ਤੌਰ ਤੇ ਆਪਣੇ ਨਾਲ ਹਾਂਦਾ ਸਾਂ ਆਪਣੇ ਯਾਰਾਂ ਦੋਸਤਾਂ। ਅੱਛਾ ਮੈਨੂੰ ਇਹ ਦੱਸੋ ਵਜ੍ਹਾ ਕੀ ਸੀ ਇਮਰਾਨ ਖਾਨ ਨੂੰ ਹਟਾਉਣ ਦੀ, ਕੀ ਸਮਝਦੇ ਹੋ? ਇਮਰਾਨ ਖਾਨ ਨੂੰ ਵਜ੍ਹਾ ਇਹ ਸੀ ਕਿ ਇਮਰਾਨ ਖਾਨ ਇੱਕ ਗੈਰਤਮੰਦ ਬੰਦਾ, ਜੁਰਤਮੰਦ ਬੰਦਾ, ਗੁਲਾਮੀ ਨਹੀਂ ਕਰਦਾ, ਅਹਿਲੇ ਬੈਤ ਦੇ ਕਦਮ ਤੇ ਚੱਲਦਾ, ਯਜ਼ੀਦੀਅਤ ਤੇ ਨਹੀਂ ਚੱਲਦਾ। ਅੱਜ ਤੱਕ ਨਾ ਉਹ ਝੁਕਿਆ ਨਾ ਉਹ ਝੁਕਦਾ। 50 ਸਾਲ ਹੋ ਗਏ ਨੇ ਉਹਨੂੰ ਸਟਰਗਲ ਕਰਦਿਆਂ। ਔਰ ਅੱਲਾਹ ਤਾਲਾ ਫਰਮਾਂਦਾ ਹੈ ਕਿ ਜਿਹੜਾ ਬੰਦਾ ਸਟਰਗਲ ਕਰਕੇ ਆਉਂਦਾ ਨਾ, ਮੈਨੂੰ ਉਹ ਬੰਦਾ ਬੜਾ ਪਸੰਦ ਹੈ। ਜਿਵੇਂ ਕੀੜੀ ਚੜ੍ਹਦੀ ਸੀ ਨਾ, ਉੱਤੇ ਚੜ੍ਹਦੀ ਸੀ, ਡਿੱਗ ਪੈਂਦੀ ਸੀ, ਫਿਰ ਚੜ੍ਹਦੀ ਸੀ, ਫਿਰ ਡਿੱਗ ਪੈਂਦੀ ਸੀ, ਫਿਰ ਚੜ੍ਹਦੀ ਸੀ, ਫਿਰ ਡਿੱਗ ਪੈਂਦੀ ਸੀ। ਅੱਲਾਹ ਤਾਲਾ ਨੂੰ ਉਹ ਬੰਦਾ ਬੜਾ ਪਸੰਦ ਹੈ, ਉਹ ਪਰਿੰਦਾ ਬੜਾ ਪਸੰਦ ਹੈ, ਉਹ ਜਾਨਵਰ ਬੜਾ ਪਸੰਦ ਹੈ ਕਿ ਜਿਹੜਾ ਹਿੰਮਤ ਨਹੀਂ ਹਾਰਦਾ, ਲੱਗਾ ਰਹਿੰਦਾ, ਲੱਗਾ ਰਹਿੰਦਾ, ਲੱਗਾ ਰਹਿੰਦਾ। ਇੱਕ ਵਕਤ ਆਉਂਦਾ ਕਿ ਉਹਨੂੰ ਕਾਮਯਾਬੀ ਹੁੰਦੀ ਹੈ। ਇਮਰਾਨ ਖਾਨ ਦੀਆਂ ਗੱਲਾਂ ਸੁਣੋ ਤਾਂ ਤੁਹਾਨੂੰ ਲੱਗਦਾ ਹੈ ਕਿ ਉਹਦੇ ਮੋਢੇ ਤੇ ਕਿਸੇ ਹੱਥ ਰੱਖ ਕੇ ਉਹਨੂੰ ਯਕੀਨ ਦਵਾਤਾ ਹੈ ਕਿ ਤੈਨੂੰ ਕਾਮਯਾਬੀ ਆਵੇ। ਮੁਖਾਲਫ, ਸਿਆਸੀ ਪਾਰਟੀਆਂ ਮੁਖਾਲਫ, ਤੇ ਜਾਹਲ ਅਵਾਮ ਮੁਖਾਲਫ, ਹਰ ਬੰਦਾ ਮੁਖਾਲਫ। ਇਹ ਜਿਹੜੀ ਤੁਸੀਂ ਜਹਿਲ ਅਵਾਮ ਆਖੇ, ਇਹਨਾਂ ਬਾਰੇ ਕੀ ਕਹਿਣਾ ਚਾਹੋਗੇ? 20 ਜ਼ਿਮਨੀ ਇਲੈਕਸ਼ਨ ਵੀ ਨੇ ਅੱਗੇ, ਅੱਜ ਵੀ ਛੇੜ ਦੇ ਨਾਰੇ ਲਾ ਰਹੇ ਨੇ। ਮੈਂ ਨਾ ਲਫ਼ਜ਼ ਮੇਰੇ ਕੋਲ ਬੜਾ ਹੈ, ਮੈਂ ਨਾ ਵਾਂ ਕਿ ਮੈਂ ਨਾ ਬੋਲਾਂ, ਕਿਧਰੇ ਅਦਬ ਦੇ ਪੈਕਰ ਮੇਰੇ ਤੇ ਤਲਵਾਰਾਂ ਦੇ ਨਸ਼ਤਰ ਨਾ ਚਲਾਉਣ ਲੱਗ ਪੈਣ। ਗੱਲ ਇਹ ਵੇ, ਇਸ ਕੌਮ ਨੂੰ ਨਾ ਰੋਜ਼ ਲਿੱਤਰ ਵੀ ਮਾਰੋ ਨਾ। ਮੈਂ ਇੱਕ ਤੁਹਾਨੂੰ ਪੰਜਾਬੀ ਦੀ ਮਿਸਾਲ ਦਿੰਦਾ ਵਾਂ, ਤੁਸੀਂ ਨਾ ਅਜ਼ਮਾ ਕੇ ਵੇਖ ਲਿਓ, ਜੋ ਮਹੱਲੇ ਦੇ ਵਿੱਚ ਤੁਸੀਂ ਟੇਬਲ ਰੱਖ ਲਓ, ਚੌਕ ਦੇ ਵਿਚਕਾਰ, ਚੁਰਾਹੇ ਦੇ ਵਿਚਕਾਰ,
ਕੁਰਸੀ ਤੇ ਬਹਿ ਜਾਓ। 2 ਦੱਥੀਆਂ ਹੁਣ 5-5000 ਦੀ ਏਡੀ ਤੈਅ ਲਾ ਕੇ ਉੱਤੇ ਰੱਖ ਦਿਓ, ਜਿਹੜਾ ਲੱਗੇ ਉਹਨੂੰ ਗਾਲ ਕੱਢੋ, ਤੇਰੀ ਭੈਣ ਦੀ ਆਈ, ਤੇਰੀ ਮਾਂ ਦੀ ਆਈ, ਤੇਰੀ ਫਲਾਣੇ ਦੀ ਆਈ, ਉਹਨੂੰ ਭੇ ਕੇ ਨਾਲ ਤੋਂ ਲਿੱਤਰ ਵੀ ਮਾਰੋ। ਉਹ ਵੇਖੇਗਾ ਨਾ, ਉਹਨੂੰ 5000 ਦਾ ਨੋਟ ਦਿਓ, ਲੈ ਉਹ ਚੁੱਪ ਕਰਕੇ ਟੁਰ ਜਾਏਗਾ, ਉਹ ਲਿੱਤਰ ਖਾ ਲੇਗਾ। ਇਹ ਤੇ ਇਸ ਕੌਮ ਦਾ ਹਿਸਾਬ ਹੈ, ਜਿਹੜੇ ਅੱਜ ਫਿਰ ਸ਼ੇਰ ਦੇ ਨਾਲ ਲਾਉਂਦੇ ਨੇ। ਇਹਨਾਂ ਨੂੰ ਨਹੀਂ ਪਤਾ ਕਿ ਇਹ ਜਿਹੜੇ ਇਹਨਾਂ ਨੂੰ ਜਿਨ੍ਹਾਂ ਨੂੰ ਇਹ ਪੂਜਦੇ ਨੇ ਪਏ, ਉਹ ਹੈਣ ਕੌਣ? ਉਹ ਅੱਲਾ ਦੇ ਬੰਦੇ, ਉਹ ਖਜੂਰਾਂ ਨਹੀਂ, ਉਹ ਡੋਕੇ ਨੇ। ਡੋਕੇ ਸਮਝਦੇ ਹੋ, ਜਿਹੜੇ ਹਰ ਚੀਜ਼ ਨੂੰ ਖੁਸ਼ਕ ਹੁੰਦੇ ਨੇ, ਖਿੱਚ ਜਾਂਦੇ ਨੇ ਪਾਣੀ, ਜਿਵੇਂ ਸਫੈਦਾ ਪਾਣੀ ਖਿੱਚ ਜਾਂਦਾ ਜ਼ਮੀਨ ਦੇ ਥੱਲਿਓਂ। ਇਹ ਉਹ ਲੋਕ ਨੇ, ਪਾਕਿਸਤਾਨ ਦਾ ਖਜ਼ਾਨਾ ਖਾਲੀ ਕਰ ਛੜਿਆ। ਉਹਨਾਂ ਦੇ ਹੈਰਾਨ ਹੁੰਦਾ ਵਾਂ ਕਿ ਜਿਹੜੇ ਸਹਾਫੀ ਇਮਰਾਨ ਖਾਨ ਦੇ ਦੌਰ ਦੇ ਵਿੱਚ 4 ਰੁਪਏ ਲੀਟਰ ਵੱਧ ਜਾਂਦਾ ਸੀ ਪੈਟਰੋਲ, ਅੱਤ 'ਚ ਆ ਜਾਂਦੇ ਸਨ, ਅੱਤ। ਉਹ ਮਰ ਗਏ, ਲਾ ਉਹ ਮਰ ਗਏ, ਆਲੇ। ਉਹ ਹੁਣ ਉਹ ਬੋਲਦੇ ਕਿਉਂ ਨਹੀਂ ਪਏ? ਮੇਰਾ ਉਹਨਾਂ ਨੂੰ ਸਵਾਲ ਹੈ। ਹਾਮਦ ਮੀਰ ਦੀ ਔਕਾਤ ਦਾ ਪਤਾ ਤੁਹਾਨੂੰ ਕੀ ਹੈ? ਮੇਰਾ ਡਿਸਟ੍ਰਿਕਟ ਹਾਫਿਜ਼ਾਬਾਦ ਤੋਂ ਤਲਕ ਹੈ। ਵਣੀ ਕੇ ਇੱਕ ਕਸਬਾ ਮੇਰੇ ਸ਼ਹਿਰ ਦੇ ਵਿੱਚ, ਇੱਕ ਬੜਾ ਵੱਡਾ ਕਸਬਾ, ਉਹਦੇ ਹਾਈ ਸਕੂਲ ਦੇ ਵਿੱਚ ਇਹਦੇ ਵਾਲਾ ਸਾਹਿਬ ਹੈਡ ਮਾਸਟਰ ਸਨ। ਇਹ ਉੱਥੇ ਪੜ੍ਹਦਾ ਹੁੰਦਾ ਸੀ। ਇਹ ਬਚਪਨ ਦੇ ਵਿੱਚ ਜਾਈਏ ਨਾ, ਤੇ ਟਾਟਾਂ ਦੇ ਉੱਤੇ ਬਵੀਦਾ ਸੀ, ਪਿੰਡਾਂ ਦੇ ਪ੍ਰਾਇਮਰੀ ਸਕੂਲਾਂ ਤੇ ਟਾਟ ਤੇ ਬਹਿ ਕੇ ਹਾਮਦ ਮੀਰ ਪੜ੍ਹਿਆ। ਚੱਕ ਸ਼ਹਾਦ ਇੱਥੇ ਨੇੜੇ ਹੀ ਹੈ। ਇਹ ਬੜੀ ਗੱਲਾਂ ਤੇ ਮੈਂ ਥੱਲੇ ਖਲੋਤਾ ਵਾਂ, ਚੱਕ ਸ਼ਹਾਦ ਵੀ ਨੇੜੇ ਹੀ ਹੈ। ਉੱਥੇ ਫਾਰਮ ਹਾਊਸ ਕਿਵੇਂ ਐਡਾ ਵੱਡਾ ਆ ਗਿਆ, ਅਸੀਂ ਨਹੀਂ ਜਾਣਦੇ ਇਹਨੂੰ। ਅਸੀਂ ਇਹਨਾਂ ਦੇ ਦੰਦ ਨਹੀਂ, ਇਹਨਾਂ ਦੇ ਸਾਲ ਗਿਣੇ ਨੇ। ਸਲੀਮ ਸਾਫੀ, ਤੇਰੀ ਮਾਂ ਜ਼ਿੰਦਾ ਹੈ, ਇਮਰਾਨ ਖਾਨ ਦੀ ਤੇ ਮਾਂ ਕੋਈ ਨਹੀਂ ਜ਼ਿੰਦਾ, ਤੇਰੀ ਮਾਂ ਜ਼ਿੰਦਾ ਹੈ, ਤੈਨੂੰ ਕਿਹੜਾ ਖਤਰਾ ਹੈ? ਬੋਲ ਇਹਨਾਂ ਦੇ ਖਿਲਾਫ ਕਰ ਗੱਲ। ਮਹਿੰਗਾਈ ਹੋ ਗਈ, ਤੇਲ ਮਹਿੰਗਾ ਹੋ ਗਿਆ, ਡੀਜ਼ਲ ਮਹਿੰਗਾ ਹੋ ਗਿਆ, ਘਿਓ ਮਹਿੰਗਾ ਹੋ ਗਿਆ, ਕੁਕਿੰਗ ਆਇਲ ਮਹਿੰਗਾ ਤੁਸੀਂ ਹੋ ਗਿਆ। ਪੰਜਾਬੀ ਹੋ, ਹਾਫਿਜ਼ਾਬਾਦ ਤੋਂ ਤੁਸੀਂ ਆਏ ਹੋ, ਕਿਸਾਨ ਦਾ ਕੀ ਹਾਲ ਹੈ? ਕਿਆ ਤੁਸੀਂ ਵੀ ਜ਼ਿਮੀਂਦਾਰ ਹੋ? ਅਗਰ ਜ਼ਮੀਨਦਾਰ ਹੋ ਤੇ ਕਿਸਾਨ ਦਾ ਕੀ ਹਾਲ ਹੈ ਇਸ ਟਾਈਮ? ਮੈਂ ਤੁਹਾਨੂੰ ਇੱਕ ਯਕੀਨ ਨਾਲ ਕਸਮ ਚੁੱਕ ਕੇ ਆਖ ਸਕਦਾ ਵਾਂ, ਅੱਲਾਹ ਪਾਕ ਦੀ ਕਸਮ ਹੈ, ਅਗਰ ਖਾਨ ਸਾਹਿਬ 3 ਸਾਲ ਇਕਤਦਾਰ ਕਰਕੇ ਨਾ ਜਾਂਦੇ, ਜੋ ਕਿਸਾਨਾਂ ਵਾਸਤੇ ਉਹਨਾਂ ਨੇ ਇਸਲਾਹਾਤ ਕੀਤੀਆਂ ਨੇ ਨਾ, ਅਗਰ ਉਹ ਨਾ ਹੁੰਦੀਆਂ ਤੇ ਅੱਜ ਕਿਸਾਨ ਮੁੰਜੀ ਨਹੀਂ ਸੀ ਲਾ ਸਕਦਾ, ਕਣਕ ਨਹੀਂ ਸੀ ਕੱਢ ਸਕਦਾ। ਖੁਦਾ ਦੀ ਕਸਮ ਜੋ ਇਹਨਾਂ ਨੇ ਕਰ ਚੜਿਆ ਜੇ। ਖਾਦ ਲੱਭਦੀ ਨਹੀਂ ਪਈ, ਡੀਜ਼ਲ ਲੱਭਦਾ ਨਹੀਂ ਪਿਆ, ਕਣਕ ਪੱਕੀ ਸੀ ਲੋਕਾਂ ਦੀ, ਗੰਦਮ ਦੀ ਫਸਲ ਕਟਾਈ ਹੋਣ ਵਾਲੀ ਸੀ, ਡੀਜ਼ਲ ਸ਼ਾਰਟ ਹੋ ਗਿਆ, ਨਹੀਂ ਲੱਭਾ ਕਿਸੇ ਨੂੰ। ਲੋਕ ਤਰਸਦੇ ਰਹੇ ਨੇ। 150 ਤੋਂ 180 ਤੇ ਲੋਕਾਂ ਨੇ ਬਲੈਕ ਹੀ ਦਿੱਤਾ ਹੈ, ਉਹਨਾਂ ਨੇ ਲਿਆ ਹੈ। ਕਿਸਾਨ ਨੂੰ ਇੱਕ ਪੈਲੀ ਦੀ ਵਢਾਈ 10,000 ਰੁਪਈਆ ਪਈ ਹੈ ਡੀਜ਼ਲ ਦੀ ਸ਼ਾਰਟੇਜ ਦੀ ਵਜ੍ਹਾ ਤੋਂ। ਇਹ ਬਲੈਕਮੇਲ ਹੋਇਆ ਕਿਸਾਨ ਇਹਨਾਂ ਦੇ 2 ਮਹੀਨਿਆਂ ਦੇ ਵਿੱਚ। ਉਹ ਇਮਰਾਨ ਖਾਨ ਸੀ ਜਿਹੜਾ ਲਈ ਫਿਰਦਾ ਸੀ, ਅੱਜ ਸਮਝਾਂ ਲੱਗੀਆਂ ਨੇ। ਹੋ ਸਕਿਆ ਜਦੋਂ ਚਿੜੀਆਂ ਖੇਤ ਚੁੱਗ ਗਈਆਂ ਉਦੋਂ ਸਮਝ ਲੱਗੇ ਦੀ, ਅੱਜ ਸਮਝ ਲੱਗੀ ਲੋਕਾਂ ਨੂੰ। ਉਹ ਚੰਗਾ ਸਾ ਜੇ ਸਿਹਤ ਕਾਰਡ ਹਰ ਸ਼ੇ ਚਲਾਉਂਦਾ ਸੀ ਪਿਆ, ਇਹਨਾਂ ਨੇ ਕੋਈ ਨਹੀਂ ਸੀ ਸ਼ੈ ਚਲਾਣੀ। ਇਹਨਾਂ ਨੇ ਜੋ ਕਰ ਚੜਿਆ ਨਾ ਹਾਲ, ਪਾਕਿਸਤਾਨ ਦਿਵਾਲੀਆ ਹੋਣ ਵਾਲਾ ਇਹਨਾਂ ਦੇ ਵਕਤ ਵਿੱਚ ਜੋ ਇਹ ਕਰਦੇ ਨੇ ਪਏ। ਤੇ ਮੁਬਾਰਕ ਇਹਨਾਂ ਦੇ ਹੈਂਡਲਰਾਂ ਨੂੰ, ਤੇ ਟੀਵੀ ਤੇ ਜਾ ਕੇ ਕਰੀਦੇ ਜਰਾ ਜਾ ਕੇ ਬਿਆਨ। ਹੋਰ ਫੈਟਫ ਦਾ ਕ੍ਰੈਡਿਟ ਕਿਹਨੂੰ ਦੋਗੇ? ਗ੍ਰੇ ਲਿਸਟ ਤੋਂ ਨਿਕਾਲ ਦਿੱਤਾ ਗਿਆ ਹੈ, ਕੀ ਆਖੋਗੇ? ਸਿਰਫ ਇਮਰਾਨ ਖਾਨ ਉਹਦੀ ਵਜ੍ਹਾ, ਕੋਈ ਦੂਸਰੀ ਵਜ੍ਹਾ ਨਹੀਂ। ਇਮਰਾਨ ਖਾਨ ਵਜ੍ਹਾ ਫੈਟਫ ਤੋਂ। ਇਮਰਾਨ ਖਾਨ ਦੀ ਮਿਹਨਤ ਪਿਛਲੇ 3 ਸਾਲ, ਇਹਨਾਂ 2 ਮਹੀਨਿਆਂ ਦੇ ਵਿੱਚ ਇਹਨਾਂ ਤੇ ਅਰਸ਼ਾ ਥੱਲੇ ਡਿੱਗੀ ਹੈ। ਉਹ ਪਿਛਲੇ 3 ਸਾਲਾਂ ਤੋਂ ਪਾਕਿਸਤਾਨ ਦਾ ਮੁਰਾਲ ਬੁਲੰਦ ਕਰਕੇ ਗਿਆ, ਜਿਹਦੀ ਵਜ੍ਹਾ ਤੋਂ ਅੱਜ ਇਮਰਾਨ ਖਾਨ ਨੇ ਫੈਟਫ ਦੇ ਵਿੱਚੋਂ ਜਿਹੜਾ ਪਾਕਿਸਤਾਨ ਨੂੰ ਨਾ ਕੱਢਿਆ ਨਾ ਗ੍ਰੇ ਲਿਸਟ ਚੋਂ, ਉਹ ਇਮਰਾਨ ਖਾਨ ਦੀ ਮਿਹਨਤ ਸੀ। ਇਹਨਾਂ 2 ਮਹੀਨੇ ਤੇ ਹਰਸ਼ਾ ਤੱਕ ਅੱਤ ਚਾ ਚੜੀ ਮਹਿੰਗਾਈ ਦੀ, ਤੇ ਇਹਨਾਂ ਕਿਵੇਂ ਕਢਾ ਲੈਣਾ ਸੀ ਵਿੱਚੋਂ? ਠੀਕ ਹੈ, ਬਹੁਤ ਸ਼ੁਕਰੀਆ।